उस तो बाद इन्होंने मतलब पूरा हो जाता भी फीसां सारियां पे हो गई वा। हुण इन्होंने मेरे नाल लड़ना शुरू करता। मैं इंडिया, ये मम्मी एंड ब्रदर इंडिया आ गए आ। मैं उन्होंने कॉल की, वो मैनूं कहंदे भी तुहाडा कि कुड़ी तुहाडा साडी कुड़ी दा कोई हक नहीं हैगा। तुहानूं दसदा पिया भी दोनों परिवारां दी सहमति दे नाल रिश्तेदारी दे विच मैरिज हुई है जी। ये कोई कंट्रैक्ट मैरिज नहीं सी, ना ही आपां कोई पेपर मैरिज कीती। ये रिश्तेदारी दे विच रिश्तेदारी सी। मेरे नाल इन्ना कुछ हो गया। जिहड़ी लड़की 1 साल मेरे नाल इन्ना रह रही है प्यार नाल, बिल्कुल मैनूं शक तक भी नहीं सी भी मेरे नाल इदां हो जाएगा। वूमन सैल ने केस किया मेरे ते दाज दा, मार कुटाई दा, कुड़ी नूं तंग करदे सी। उदों मैं कैनेडा सी यार सर, कुड़ी भी कैनेडा सी। जे मैनूं कुटदा हुंदा मारदा हुंदा तो मेरे कैनेडा क्यों नहीं रिपोर्ट की? ये चला गया मुड़ के। ਜਦੋਂ ਇਹ ਜਾਂਦਾ ਉੱਥੇ ਜਿਹੜੇ ਪੁਰਾਣੇ ਟਿਕਾਣੇ ਦੇ ਜਿੱਥੇ ਰਹਿੰਦੇ ਸੀ ਉੱਥੋਂ ਉਹ ਸਮਾਨ ਲੈ ਕੇ ਤੇ ਉਹ ਮੁੰਡਾ ਵੀ ਨਾਲ, ਦੋਨੋਂ ਉੱਥੋਂ ਫਰਾਰ ਹੋ ਜਾਂਦੇ ਜਦੋਂ ਇਹ ਜਾਂਦਾ ਉੱਥੇ ਪਹੁੰਚਦਾ। ਹੌਲੀ ਹੌਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਔਰ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਖਾਸ ਕਰਕੇ ਜਿਹੜਾ ਕੈਨੇਡਾ ਨੂੰ ਲੈ ਕੇ ਜਿਹੜੀਆਂ ਖਬਰਾਂ ਵਾ ਉਹ ਲਗਾਤਾਰ ਆ ਰਹੀਆਂ ਨੇ ਕਿ ਕੁੜੀਆਂ ਇੱਥੋਂ ਕਿਸ ਤਰੀਕੇ ਦੇ ਨਾਲ ਬਾਹਰ ਜਾਂਦੀਆਂ ਨੇ। ਪੈਸਾ ਜਿਹੜਾ ਹੈਗਾ ਉਹ ਸਾਰਾ ਖਾਸ ਕਰਕੇ ਮੁੰਡੇ ਵਾਲਿਆਂ ਦਾ ਲੱਗਦਾ ਹੈ, ਲੇਕਿਨ ਉੱਥੇ ਜਾ ਕੇ ਉਹ ਕਿਸ ਤਰ੍ਹਾਂ ਬਦਲ ਜਾਂਦੀਆਂ ਨੇ। ਅਸੀਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਔਰ ਨੈਸ਼ਨਲ ਚੈਨਲ ਦੇ ਉੱਤੇ ਵੀ ਜਿਹੜਾ ਹੈਗਾ ਉਹ ਅਸੀਂ ਦੇਖ ਰਹੇ ਹਾਂ। ਅਤੇ ਹੁਣ ਅਸੀਂ ਅੱਜ ਪਹੁੰਚੇ ਜੀ ਗੁਰਦਾਸਪੁਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਪੀੜਤ ਪਰਿਵਾਰ ਹੈ ਔਰ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਕਿ ਕੀ ਗੱਲ ਹੋਈ ਸੀ ਤੁਹਾਡੇ ਨਾਲ ਵੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਸਰ। ਤੁਹਾਡਾ ਕੀ ਨਾਮ ਹੈਗਾ ਔਰ ਤੁਹਾਡੀ ਜਿਹੜੀ ਮੈਰਿਜ ਹੈ ਉਹ ਕਦੋਂ ਹੋਈ ਸੀ ਔਰ ਕੀ ਸਾਰਾ ਤੁਹਾਡੇ ਨਾਲ ਜਿਹੜਾ ਹੈਗਾ ਇੰਸੀਡੈਂਟ ਹੋਇਆ ਜੀ? ਸਰ ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ। ਮੇਰੀ ਮੈਰਿਜ 12 ਅਪ੍ਰੈਲ 2016 ਨੂੰ ਸਿੱਖ ਰੀਤੀ ਰਿਵਾਜ਼ਾਂ ਨਾਲ ਦੋਨਾਂ ਫੈਮਲੀਆਂ ਦੀ ਸਹਿਮਤੀ ਦੇ ਨਾਲ ਹੋਈ ਸੀ। ਇਸ ਤੋਂ ਪਹਿਲਾਂ ਆਪਣੀ ਕੋਰਟ ਮੈਰਿਜ ਹੋਈ ਸੀ 2015 9 ਸਤੰਬਰ 2015 ਨੂੰ। ਜਦੋਂ ਮੇਰੀ 12 ਅਪ੍ਰੈਲ 2016 ਨੂੰ ਮੈਰਿਜ ਹੁੰਦੀ ਸਿੱਖ ਰੀਤੀ ਰਿਵਾਜ਼ਾਂ ਨਾਲ, ਉਸ ਤੋਂ ਬਾਅਦ ਲੜਕੀ ਮੇਰੇ ਨਾਲ ਰਹਿੰਦੀ ਹੈ 1 ਸਾਲ ਇੰਡੀਆ 'ਚ। ਜਦੋਂ ਮੇਰੇ ਨਾਲ ਰਹਿੰਦੀ ਆ ਉਸ ਤੋਂ ਬਾਅਦ ਜੀ ਆਪਾਂ ਕਹਿੰਦੇ ਆਪਾਂ ਚਲੋ ਸਲਾਹ ਕਰਦੇ ਪਰਿਵਾਰਕ ਮੈਂਬਰ ਕੁਛ ਆਪਣਾ ਭਵਿੱਖ ਵੇਖਣ ਵਾਸਤੇ ਕੀ ਕਰਨਾ ਜੀ। ਆਪਾਂ ਕੈਨੇਡਾ ਦੀ ਫਾਈਲ ਸੋਚਦੇ ਆ ਫਾਈਲ ਲਾਉਣ ਨੂੰ। ਇਹਨਾਂ ਨੇ ਇਹਨਾਂ ਆਇਲਸ ਕੀਤੀ ਹੁੰਦੀ ਹੈ 5.5 ਬੈਂਡ ਹੁੰਦੇ ਆ ਪਹਿਲਾਂ ਇਹਨਾਂ ਦੇ। ਉਸ ਤੋਂ ਬਾਅਦ ਉਹਨਾਂ ਆਪਾਂ ਪੁੱਛਿਆ 1-2 ਜਣੇ ਪੁੱਛਿਆ, ਉਹਨਾਂ ਫਾਈਲ ਨਹੀਂ ਲੱਗਦੀ ਸੀ। ਉਸ ਤੋਂ ਬਾਅਦ ਇਹਨਾਂ PTE ਕੀਤੀ, 52 ਸਕੋਰ ਹਾਸਲ ਕੀਤੇ। ਉਸ ਤੋਂ ਬਾਅਦ ਆਪਾਂ ਕੈਨੇਡਾ ਦੀ ਫਾਈਲ ਲਾਈ ਆ। ਕੈਨੇਡਾ ਦੀ ਫਾਈਲ ਲਾਈ ਹੈ, ਵੀਜ਼ਾ ਆ ਗਿਆ ਜੀ। ਜਦੋਂ ਵੀਜ਼ਾ ਆ ਗਿਆ 2017 'ਚ ਅਤੇ 21 ਅਪ੍ਰੈਲ 2017 ਨੂੰ ਆਪਾਂ ਟਿਕਟ ਕਰਾਈ ਆ। ਟਿਕਟ ਕਰਾਈ ਹੈ ਜਦੋਂ 21 ਅਪ੍ਰੈਲ ਨੂੰ। ਉਸ ਤੋਂ ਪਹਿਲਾਂ 24 ਨੂੰ ਕਰਾਈ ਸੀ ਤਾਂ ਕਾਲਜ ਦੀ ਕੋਈ ਹੈਗੀ ਸੀ ਕੋਈ ਮੰਗ, ਉਹਨਾਂ ਨੇ ਈਮੇਲ ਕਰਤਾ ਵੀ ਤੁਸੀਂ ਜੇ 24 ਨੂੰ ਆਉਂਦੇ ਹੋ ਤੁਹਾਡਾ ਸਤੰਬਰ ਬੈਚ ਮਿਲੇਗਾ, ਜੇ ਤੁਸੀਂ 21 ਤਰੀਕ ਨੂੰ ਆਉਂਦੇ ਹੋ ਤਾਂ ਤੁਹਾਨੂੰ ਮਈ ਬੈਚ ਮਿਲੇਗਾ। ਉਸ ਤੋਂ ਬਾਅਦ ਜੀ ਮੈਂ 73,000 ਦੀ ਟਿਕਟ ਲਈ 24 ਤਰੀਕ ਦੀ, ਫਿਰ ਉਹ ਕੈਂਸਲ ਕਰਵਾਈ। ਰੀਫੰਡ ਮਿਲਿਆ ਮੈਨੂੰ 40,000, ਉਹ ਬਾਕੀ ਜਿਹੜੇ ਹੈਗੇ ਜੀ ਉਹਨਾਂ ਕੱਟ ਲਏ। ਉਸ ਤੋਂ ਬਾਅਦ ਆਪਾਂ ਹੋਰ ਐਡ ਕਰਕੇ ਪੈਸੇ 30-35,000 ਐਡ ਕਰਕੇ ਫਿਰ 65-70 ਲੱਗੇ। ਫਿਰ ਦੁਬਾਰਾ ਟਿਕਟ ਕਰਾਈ ਜੀ। ਉਸ ਤੋਂ ਬਾਅਦ ਕੈਨੇਡਾ ਚੱਲ ਗਈ ਕੁੜੀ। ਜਦੋਂ ਕੈਨੇਡਾ ਚੱਲ ਗਈ ਹੈ ਜੀ ਅਤੇ ਮੇਰੇ ਸਾਰੀਆਂ ਪਹਿਲੇ ਸਮੈਸਟਰ ਦੀ ਫੀਸਾਂ ਨਾਲ ਹੀ ਜਾਂਦੀਆਂ, GIC ਵੀ ਨਾਲ, ਸਭ ਕੁਛ ਨਾਲ ਗਿਆ ਸੀ ਜੀ। ਉਸ ਤੋਂ ਬਾਅਦ ਜਦੋਂ 2018 'ਚ ਮੇਰਾ ਵੀਜ਼ਾ ਆਇਆ, ਮੈਂ ਕਿਹਾ ਸੀ ਬਾਰ ਕਹਿ ਦੇਣਾ ਵੀਜ਼ਾ ਭੇਜਿਆ ਮੇਰਾ, ਮੈਂ ਗਿਆ ਵਾਂ ਜੀ। ਜਦੋਂ ਮੈਂ ਉੱਥੇ ਗਿਆ ਵਾਂ ਅਤੇ ਉੱਥੇ ਮੈਨੂੰ ਲੈਣ ਵੀ ਆਈ ਏਅਰਪੋਰਟ 'ਤੇ, ਇਹ ਨਹੀਂ ਕਿ ਨਹੀਂ ਆਈ ਲੈਣ, ਏਅਰਪੋਰਟ 'ਤੇ ਲੈਣ ਆਈ ਆ, ਮੈਂ ਗਿਆ ਵਾਂ। ਉਸ ਤੋਂ ਬਾਅਦ ਜੀ ਜਦੋਂ ਮੈਂ ਪਹੁੰਚਦਾ ਵਾਂ 20 ਮਈ 2018 ਨੂੰ ਕੈਨੇਡਾ ਦੇ। ਉੱਥੇ ਜਦੋਂ ਮੈਂ ਪਹੁੰਚਦਾ ਅਤੇ ਮੈਨੂੰ ਲੈਣ ਆ ਕੇ ਅਤੇ ਉਸ ਤੋਂ ਬਾਅਦ ਆਪਾਂ ਰਹਿੰਦੇ ਹਾਂ 1-2 ਮਹੀਨੇ। ਆਪਾਂ ਵੀ ਬਹੁਤ ਵਧੀਆ ਰਹੀ ਮੇਰੇ ਨਾਲ ਬਹੁਤ ਵਧੀਆ ਰਹੀ। ਉਸ ਤੋਂ ਬਾਅਦ ਜਦੋਂ ਮੈਂ 2 ਮਹੀਨੇ ਰਹਿੰਦਾ, ਉਸ ਤੋਂ ਬਾਅਦ ਇਹ ਮੰਮੀ ਐਂਡ ਬ੍ਰਦਰ ਆਉਂਦੇ ਆ। ਜਦੋਂ ਮੰਮੀ ਐਂਡ ਬ੍ਰਦਰ ਆਉਂਦੇ ਆ ਅਤੇ ਉਸ ਤੋਂ ਬਾਅਦ ਇਹ ਜੀ ਮੇਰੇ ਨਾਲ ਲੜਦੀ ਆ। ਜਦੋਂ ਮੰਮੀ ਐਂਡ ਬ੍ਰਦਰ ਇੰਡੀਆ ਆ ਜਾਂਦੇ ਉਸ ਤੋਂ ਬਾਅਦ ਇਹਨਾਂ ਦਾ ਮਤਲਬ ਪੂਰਾ ਹੋ ਜਾਂਦਾ ਵੀ ਫੀਸਾਂ ਸਾਰੀਆਂ ਪੇ ਹੋ ਗਈਆਂ ਵਾ। ਹੁਣ ਇਹਨਾਂ ਨੇ ਮੇਰੇ ਨਾਲ ਲੜਨਾ ਸ਼ੁਰੂ ਕਰਤਾ। ਮੈਂ ਇੰਡੀਆ, ਇਹਦੇ ਮੰਮੀ ਐਂਡ ਬ੍ਰਦਰ ਇੰਡੀਆ ਆ ਗਏ ਆ। ਮੈਂ ਉਹਨਾਂ ਨੂੰ ਕਾਲ ਕੀਤੀ, ਉਹ ਮੈਨੂੰ ਕਹਿੰਦੇ ਵੀ ਤੁਹਾਡਾ ਸਾਡੀ ਕੁੜੀ ਦਾ ਕੋਈ ਹੱਕ ਨਹੀਂ ਹੈਗਾ।
ਲਵਪ੍ਰੀਤ ਜੀ, ਇੱਕ ਚੀਜ਼ ਦੱਸੋ ਕਿ ਜਦੋਂ ਤੁਹਾਡੀ ਇਹ ਮੈਰਿਜ ਹੋਈ ਹੈ, ਇਹ ਅਰੇਂਜ ਮੈਰਿਜ ਸੀ ਕਿ ਲਵ ਮੈਰਿਜ ਸੀ ਕਿ ਜਾਂ ਪੇਪਰ ਮੈਰਿਜ ਸੀ? ਸਰ ਇਹ ਬਿਲਕੁਲ ਤੁਹਾਨੂੰ ਦੱਸਦਾ ਪਿਆ ਵੀ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਰਿਸ਼ਤੇਦਾਰੀ ਦੇ ਵਿੱਚ ਮੈਰਿਜ ਹੋਈ ਹੈ ਜੀ। ਇਹ ਕੋਈ ਕੰਟਰੈਕਟ ਮੈਰਿਜ ਨਹੀਂ ਸੀ, ਨਾ ਹੀ ਆਪਾਂ ਕੋਈ ਪੇਪਰ ਮੈਰਿਜ ਕੀਤੀ। ਇਹ ਰਿਸ਼ਤੇਦਾਰੀ ਦੇ ਵਿੱਚ ਰਿਸ਼ਤੇਦਾਰੀ ਸੀ। ਹਾਂਜੀ। ਜਦੋਂ ਤੁਸੀਂ ਗਏ ਉੱਥੇ ਜਾਂ ਪਹਿਲੇ ਇੰਡੀਆ ਦੇ ਵਿੱਚ ਸੀ, ਤੇ ਕਿਸ ਤਰ੍ਹਾਂ ਦਾ ਸੁਭਾਅ ਸੀ? ਤੁਹਾਨੂੰ ਕਦੀ ਲੱਗਿਆ ਸੀ ਕਿ ਅਗਰ ਹੁਣ ਜਦੋਂ ਬਾਹਰ ਚਲ ਜਾਏਗੀ ਤਾਂ ਇੱਕਦਮ ਬਦਲ ਜਾਏਗੀ? ਸਰ ਮੈਂ ਕਹਿੰਦਾ ਵੀ ਮੈਨੂੰ ਬਿਲਕੁਲ ਯਕੀਨ ਹੀ ਨਹੀਂ ਆ ਰਿਹਾ ਸੀ, ਹਾਲੇ ਤੱਕ ਯਕੀਨ ਨਹੀਂ ਵੀ ਇੱਦਾਂ ਮੇਰੇ ਨਾਲ ਇੰਨਾ ਕੁਝ ਹੋ ਗਿਆ। ਜਿਹੜੀ ਲੜਕੀ 1 ਸਾਲ ਮੇਰੇ ਨਾਲ ਇੰਨਾ ਰਹਿ ਰਹੀ ਹੈ ਪਿਆਰ ਨਾਲ, ਬਿਲਕੁਲ ਮੈਨੂੰ ਸ਼ੱਕ ਤੱਕ ਵੀ ਨਹੀਂ ਸੀ ਵੀ ਮੇਰੇ ਨਾਲ ਇੱਦਾਂ ਹੋ ਜਾਏਗਾ। ਹਾਂਜੀ। ਜਦੋਂ ਤੁਹਾਡੀ ਮੈਰਿਜ ਹੋਈ ਹੈ, ਮੈਰਿਜ ਤੋਂ ਬਾਅਦ ਜੋ ਵੀ ਜਿੰਨਾ ਵੀ ਤੁਸੀਂ ਖਰਚਾ ਕੀਤਾ ਹੈ, ਕਿੰਨਾ ਕੁ ਖਰਚਾ ਤੁਹਾਡਾ ਹੋ ਗਿਆ ਉਹਨੂੰ ਉੱਥੇ ਕੈਨੇਡਾ ਦੇ ਵਿੱਚ ਪਹੁੰਚਾਉਣ ਦੇ ਲਈ? ਸਰ ਲਗਭਗ ਅਪਰੋਕਸੀਮੇਟਲੀ 25 ਲੱਖ, ਜੋ ਕਿ ਮੇਰੇ ਕੋਲ ਰਸੀਦਾਂ ਐਂਡ ਜੋ ਵੀ ਸਾਰੇ ਹੈਗੀਆਂ ਆਪਣੇ ਕੋਲ, ਕੱਲੀ ਟ੍ਰਾਂਜੈਕਸ਼ਨ ਹੈਗੀ ਆ। ਹਾਂਜੀ। ਉਹ ਮੇਰੇ ਫਾਦਰ ਸਾਹਿਬ ਦੇ ਮੇਰੇ ਅਕਾਊਂਟ 'ਚ ਗਈ ਹੋਈ ਆ। ਆਪਾਂ ਲਿਮਟ ਬਣਾਈ ਸੀ ਜ਼ਮੀਨ 'ਤੇ, ਜ਼ਮੀਨ ਵੇਚੀ ਹੈ ਜੀ। ਜੋ ਪਾਪਾ ਜੀ ਜੋਬ ਕਰਦੇ ਸੀ, ਉਹਨਾਂ ਜੀਪੀ ਫੰਡ ਸੀ, ਉਹ ਵੀ ਵਿਡਰਾਅ ਕਰਵਾਇਆ ਸੀ ਜੀ। ਹਾਂਜੀ। ਦੇਖੋ, ਹਰ ਵਾਰੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰਾ ਕੁਛ ਇੱਕ ਜਾਣ ਦੀ ਔੜ ਵੀ ਲੱਗੀ ਆ ਕਿ ਵਿਦੇਸ਼ਾਂ ਦੇ ਵਿੱਚ ਜਾਣਾ ਵਾ, ਵਿਦੇਸ਼ ਦੇ ਵਿੱਚ ਜਾ ਕੇ ਸੈੱਟ ਹੋਣਾ ਵਾ, ਠੀਕ ਹੈ। ਉਹਦੇ ਨਾਲ ਹੀ ਕੰਟਰੈਕਟ ਬੇਸ 'ਤੇ ਜਾਂ ਕੁਛ ਕਿਸ ਤਰ੍ਹਾਂ ਵੀ ਆ ਲੋਕ ਵਿਆਹ ਕਰਾ ਕੇ ਤੇ ਫਿਰ ਜਾਂਦੇ ਨੇ। ਲੇਕਿਨ ਤੁਹਾਡੀ ਜਿਹੜੀ ਸੀ ਉਹ ਰਿਸ਼ਤੇਦਾਰਾਂ ਦੇ ਵਿੱਚ ਹੀ ਅਰੇਂਜ ਮੈਰਿਜ ਹੋਈ ਹੈ, ਸਾਰਾ ਕੁਛ ਹੋਇਆ, ਲੇਕਿਨ ਫਿਰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਕਿਉਂ ਆ ਗਈ? ਔਰ ਬਾਹਰ ਜਾ ਕੇ ਉਹਨੇ ਹੁਣ ਕੀ ਤੁਹਾਨੂੰ ਕਿਹਾ ਵਾ? ਔਰ ਕਿਸ ਤਰ੍ਹਾਂ ਸਾਰਾ, ਜਿਸ ਤਰ੍ਹਾਂ ਕਿ ਪਤਾ ਲੱਗਾ ਸੀ ਕਿ ਉਹਨਾਂ ਨੇ ਤੁਹਾਡੇ 'ਤੇ ਕੋਈ ਰਿਪੋਰਟ ਵੀ ਦਿੱਤੀ ਸੀ, ਕੇਸ ਵੀ ਕੀਤਾ ਸੀ, ਕੀ ਹੈਗਾ ਸਾਰਾ? ਸਰ ਬਾਹਰ ਜਾ ਕੇ ਉਹਨਾਂ ਨੇ ਮੇਰੇ 'ਤੇ ਰਿਪੋਰਟ ਕੀ ਕੀਤੀ, ਮੈਨੂੰ ਪਤਾ ਲੱਗ ਗਿਆ ਸੀ ਜਦੋਂ ਮੈਂ ਉੱਥੇ ਰਹਿਣ ਲੱਗ ਪਿਆ ਅਤੇ ਇੱਕ ਲੜਕੇ ਨਾਲ ਨਜਾਇਜ਼ ਸੰਬੰਧ ਸੀ। ਜਦੋਂ ਮੈਨੂੰ ਪਤਾ ਲੱਗਾ, ਮੈਂ ਉਸੇ ਅਕੋਰਡਿੰਗ ਇਹਦੀ ਮਦਰ ਨਾਲ ਗੱਲ ਕੀਤੀ ਆ, ਇਹਦੇ ਫਾਦਰ ਨਾਲ ਗੱਲ ਕੀਤੀ ਆ। ਮੈਨੂੰ ਅੱਗੋਂ ਧਮਕੀ ਦਿੰਦੇ ਸੀ, ਮਦਰ ਕਹਿੰਦੀ ਸੀ ਤੇਰਾ ਸਾਡੇ ਲੜਕੀ 'ਤੇ ਕੋਈ ਹੱਕ ਨਹੀਂ ਹੈਗਾ। ਇਹਦੇ ਫਾਦਰ ਸਾਹਿਬ ਪੁਲਿਸ 'ਚ ਸੀਗੇ ਜੀ, ਉਹ ਮੈਨੂੰ ਧਮਕੀ ਦਿੰਦੇ ਸੀ ਕਿ ਜੇ ਤੂੰ ਇੰਡੀਆ ਜੇ ਮੇਰੀ ਕੁੜੀ ਨੂੰ ਮਾਰੇਗਾ, ਕੁੱਟੇਗਾ ਅਤੇ ਮੈਂ ਦਾਜ ਦਾ, ਤੰਗ ਪਰੇਸ਼ਾਨੀ ਕਰਨ ਦਾ ਤਾਂ ਕੇਸ ਕਰਾਂਗੇ। ਅਤੇ ਉਹਨਾਂ ਨੇ ਕੀਤਾ ਵੀ ਹੈਗਾ। ਵੂਮਨ ਸੈੱਲ 'ਚ ਇਹਨਾਂ ਨੇ ਕੇਸ ਕੀਤਾ ਮੇਰੇ 'ਤੇ ਦਾਜ ਦਾ, ਮਾਰ ਕੁਟਾਈ ਦਾ, ਕੁੜੀ ਨੂੰ ਤੰਗ ਕਰਦੇ ਸੀ। ਉਦੋਂ ਮੈਂ ਕੈਨੇਡਾ ਸੀ ਯਾਰ ਸਰ, ਕੁੜੀ ਵੀ ਕੈਨੇਡਾ ਸੀ। ਜੇ ਮੈਨੂੰ ਕੁੱਟਦਾ ਹੁੰਦਾ, ਮਾਰਦਾ ਹੁੰਦਾ ਤਾਂ ਮੇਰੇ 'ਤੇ ਕੈਨੇਡਾ ਕਿਉਂ ਨਹੀਂ ਰਿਪੋਰਟ ਕੀਤੀ? ਜੇ ਇਹਨਾਂ ਨੇ ਇੰਡੀਆ ਰਿਪੋਰਟ ਕਰਤੀ, ਉੱਥੇ ਕਿਉਂ ਨਹੀਂ ਰਿਪੋਰਟ ਕੀਤੀ? ਠੀਕ ਹੈ ਜੀ। ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਗਏ ਆ, ਵੂਮਨ ਸੈੱਲ 'ਚੋਂ ਕਾਲ ਆਈ ਵੀ ਤੁਹਾਡੇ 'ਤੇ ਇੱਦਾਂ ਗੱਲ ਆ। ਗਏ ਆ, ਇੱਕ ਵਾਰੀ ਗਏ ਆ ਅਤੇ ਉੱਥੇ ਨਹੀਂ ਗੱਲ ਬਣੀ ਜੀ, ਆ ਗਏ, ਵਾਪਸ ਆ ਗਏ। ਦੂਸਰੀ ਵਾਰੀ ਫਿਰ ਬੁਲਾ ਲਿਆ, ਮੈਡਮ ਕਹਿੰਦੇ ਵੀ ਚਲੋ ਮੇਰੇ ਕਹਿਣ 'ਤੇ ਆ ਜਾਓ, ਤੁਹਾਡਾ ਫੈਸਲਾ ਹੋ ਗਿਆ। ਜਦੋਂ ਦੂਸਰੇ ਦਿਨ ਜਾਂਦੇ ਆ ਅਤੇ ਅੱਗੋਂ ਉਹਨਾਂ ਦੀ ਡਿਮਾਂਡ ਆ ਜਾਂਦੀ ਹੈ ਵੀ ਜੇ ਤੁਸੀਂ ਲੜਕੇ ਨੂੰ ਵੀਜ਼ਾ ਦੇਣਾ 5 ਲੱਖ ਰੁਪਇਆ ਹੋਰ ਦਿਓ। ਅਤੇ ਮੈਨੂੰ ਪਾਪਾ ਨੇ ਪੁੱਛਿਆ ਫੋਨ ਕਰਕੇ, ਮੈਂ ਉਹਨਾਂ ਨੂੰ ਕਿਹਾ ਵੀ 1 ਰੁਪਏ ਜਿੱਥੇ ਆਪਾਂ 25 ਲੱਖ 30 ਲੱਖ ਦੇ ਤਾ, ਹੁਣ 5 ਲੱਖ ਹੋਰ ਦੇ ਕੇ ਸਾਡੇ ਕੋਲ ਤਾਂ ਅੱਗੇ ਪੈਸੇ ਨਹੀਂ ਸਰ, ਜਿੰਨੇ ਹੈਗੇ ਆਪਾਂ ਲਾ ਤੇ। 26 ਅਪ੍ਰੈਲ 2019 ਨੂੰ ਇੰਡੀਆ ਆ ਰਿਹਾ। 26 ਅਪ੍ਰੈਲ 2019 ਨੂੰ ਮੈਂ ਇੰਡੀਆ ਆ ਗਿਆ ਜੀ। ਮੈਨੂੰ ਨਹੀਂ ਸੀ ਪਤਾ ਵੀ ਮੇਰੇ 'ਤੇ ਤਲਾਕ ਦਾ ਕੇਸ ਚੱਲ ਰਿਹਾ ਹੈ। ਇਹ ਮੇਰੇ ਤੋਂ ਚੋਰੀ ਆਇਆ, ਨਾ ਮੈਨੂੰ ਕੋਰਟ ਦਾ ਕੋਈ ਨੋਟਿਸ ਆਇਆ, ਨਾ ਕੋਈ ਮੈਨੂੰ ਕਾਲ ਆਈ ਆ। ਸਰ ਸਾਡੇ ਪਿੰਡ ਦੇ ਲਾਇਰ ਹੈਗੇ ਨੇ, ਉਹਨਾਂ ਨੇ ਇੱਕ ਦਿਨ ਵੈਸੇ ਹੀ ਡੈਡੀ ਫਾਦਰ ਸਾਹਿਬ 'ਤੇ ਜ਼ਮੀਨ ਵੱਲ ਗਏ ਸੀ ਅਤੇ ਉੱਥੇ ਰੋਕ ਕੇ ਪੁੱਛ ਲਿਆ ਵੀ ਇੱਦਾਂ ਦਾ ਗੱਲ ਆ ਜੀ। ਅਤੇ ਉਹਨਾਂ ਨੇ ਕਿਹਾ ਵੀ ਆਪਾਂ ਨਾਮ, ਲੜਕੀ ਦਾ ਨਾਮ ਅਤੇ ਲੜਕੇ ਦਾ ਨਾਮ ਦੱਸੋ। ਉਹਨਾਂ ਨੇ ਆਪਣੇ ਸਰਚ ਕੀਤਾ ਅਤੇ ਕੇਸ ਨਿਕਲ ਆਇਆ ਜੀ। ਅਤੇ ਉਹਦੀਆਂ 3 ਹੀਅਰਿੰਗਸ ਹੋ ਵੀ ਗਈਆਂ ਸੀ। ਜਦੋਂ ਸਾਨੂੰ ਪਤਾ ਲੱਗਾ, ਚੌਥੀ ਫਾਈਨਲ ਸੀ 1 ਸਾਈਡਡ ਡਿਵੋਰਸ ਦੀ। ਇਹਦੇ ਜਿਹੜੇ ਫਾਦਰ ਸਾਹਿਬ ਨੇ ਉਹ ਵੀ ਸਾਡੇ ਨਾਲ ਇਸ ਵਕਤ ਮੌਜੂਦ ਨੇ। ਆਪਾਂ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਕੀ ਕਹਿਣਾ ਵਾ ਉਹਨਾਂ ਦਾ ਇਸ ਸਾਰੇ ਕੇਸ ਦੇ ਬਾਰੇ ਵਿੱਚ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਗੱਲ ਇੱਦਾਂ ਵੀ ਜਦੋਂ ਇਹ ਲੜਕੀ ਬਾਹਰ ਗਈ ਹੈ, ਜਦੋਂ ਮੈਰਿਜ ਹੋਈ ਹੈ ਨਾ, ਮੈਂ ਉਦੋਂ ਜੋਬ ਕਰਦਾ ਸੀਗਾ। ਚਲੋ 5 ਸਾਲ ਹੋ ਗਏ ਇਹ ਗੱਲ ਨੂੰ। 15 ਦੇ ਵਿੱਚ ਸਾਡੀ ਇੰਟਰੋਡਕਸ਼ਨ ਹੋਈ ਦੋਵਾਂ ਪਰਿਵਾਰਾਂ ਦੀ, ਅਤੇ ਦੋਵਾਂ ਪਰਿਵਾਰਾਂ ਦੀ ਰਜਾਮੰਦੀ ਨਾਲ ਵਿਆਹ ਹੋਇਆ, ਕੋਈ ਧੱਕੇਸ਼ਾਹੀ ਨਹੀਂ ਹੋਈ। ਅਤੇ ਇਹ ਪਟਿਆਲਿਓਂ ਆਏ ਨੇ, ਇਹਨਾਂ ਦੀ ਲੜਕੀ ਦੇ ਘਰ ਅਸੀਂ ਬੈਠੇ ਹਾਂ, ਸਾਰੀ ਗੱਲ ਉੱਥੇ ਚੱਲੀ ਆ। ਵੀ ਅਸੀਂ ਆਖਿਆ ਵੀ ਚਲੋ, ਅਸੀਂ ਤਾਂ ਇਹ ਸੋਚਿਆ ਵੀ ਲੜਕੀ ਨੇ ਕਿਹੜਾ ਸਾਡੇ ਕੋਲ ਰਹਿਣਾ, ਇਹਦੀ ਮੰਗ ਹੀ ਇਹਨਾਂ ਦੀ ਬਾਹਰ ਆ ਵੀ ਇਹਨੇ ਬਾਹਰ ਜਾਣਾ। ਅਤੇ ਅਸੀਂ ਵੀ ਸੋਚਿਆ ਵੀ ਚਲੋ ਸਾਡੇ ਮੁੰਡੇ ਦਾ ਵੀ ਭਵਿੱਖ ਬਣ ਜੂ। ਅਸੀਂ ਪੈਸਾ ਲਾ ਦਿੱਤਾ। ਪੈਸਾ ਲਾਉਣ ਦੇ ਬਾਵਜੂਦ ਜਦੋਂ ਇਹ ਜਾਂਦਾ ਮੁੰਡਾ, 13 ਮਹੀਨੇ ਬਾਅਦ ਜਾਂਦਾ ਮੁੰਡਾ ਸਾਡਾ। ਇਹ ਜਦੋਂ ਉੱਥੇ ਜਾਂਦਾ ਨਾ, ਅਤੇ 2-3 ਮਹੀਨੇ 'ਤੇ ਇਹਦੇ ਮਤਲਬ ਵਧੀਆ ਫੋਨ ਆਉਂਦੇ ਰਿਹਾ ਵੀ ਠੀਕ ਆ, ਮੈਂ ਕੰਮ 'ਤੇ ਲੱਗ ਗਿਆ,
ਕੋਈ ਟੈਨਸ਼ਨ ਨਹੀਂ ਲੈਣੀ। ਰੋਜ਼ ਸਾਨੂੰ ਫੋਨ ਸ਼ਾਮ ਨੂੰ ਆਉਂਦਾ ਸੀ, ਇਹ ਸਵੇਰੇ 9 ਵਜੇ ਫੋਨ ਆਉਂਦਾ ਸੀ, ਇਹ ਰਾਤ ਉੱਧਰ ਹੁੰਦੀ ਸੀ। ਅਤੇ ਇਹਨੇ ਆਖਣਾ ਵੀ ਮੈਂ ਹੁਣੇ ਆਇਆ ਕੰਮ ਤੋਂ ਅਤੇ ਮੈਂ ਰੋਟੀ ਖਾਣ ਲੱਗਾ ਅਤੇ ਮੈਂ ਫੋਨ ਕੀਤਾ। ਅਸੀਂ ਸੋਚਿਆ ਵੀ ਚਲੋ ਠੀਕ ਆ, ਕੰਮ ਹੋ ਗਿਆ। ਅਤੇ ਬਾਅਦ ਵਿੱਚ ਜਦੋਂ ਇਹਦੀ ਮੰਮੀ ਅਤੇ ਭਰਾ ਇਹਦਾ ਗਏ ਨਾ ਉੱਥੇ, ਇਹ ਸਾਰੀ ਜਿਹੜੀ ਸੈਟਿੰਗ ਹੀ ਉੱਥੇ ਮੁੰਡਾ ਆ ਹਰਮਨ ਮੁੰਡਾ ਕੋਈ ਤਰਨ ਲਾਗੇ ਦਾ, ਉਹ ਵੀ ਉੱਥੇ ਰਹਿੰਦਾ ਸੀਗਾ, ਕਾਲਜ ਪੜ੍ਹਦੇ ਹੋਣਗੇ, ਇਹਨਾਂ ਦੇ ਉੱਥੇ ਆਪਸੀ ਸੰਬੰਧ ਸੀਗੇ। ਅਤੇ ਇਹ ਜਿਹੜੀ ਇਹਦੀ ਮੰਮੀ ਗਈ ਹੈ ਨਾ, ਇਹ ਸਿਰਫ ਸੈਟਿੰਗ ਕਰਨ ਗਈ ਹੈ ਵੀ ਮੁੰਡਾ ਠੀਕ ਠਾਕ ਆ। ਹਾਂਜੀ, ਜਦੋਂ ਫਿਰ ਇਹ ਉੱਥੇ ਡਿਪਰੈਸ਼ਨ 'ਚ ਹੋ ਗਿਆ, ਜਦੋਂ ਇਹਦੀ ਮਾਂ ਆ ਗਈ ਵਾਪਸ, ਤਾਂ ਮੈਨੂੰ ਇਹਨੇ ਕਿਹਾ ਵੀ ਉਹ ਇੱਦਾਂ ਕਰਦੀ ਹੈ। ਅਤੇ ਮੈਂ ਇਹਨੂੰ ਆਖਿਆ ਵੀ ਤੂੰ ਇੱਦਾਂ ਕਰ, ਉਹਦੇ ਮਾਂ ਪਿਓ ਨੂੰ ਫੋਨ ਕਰ। ਇਹਨੇ ਉਹਨੂੰ ਫੋਨ ਕੀਤਾ ਇਹਦੀ ਮੰਮੀ ਨੂੰ, ਉਹਨੇ ਗਾ ਉਹਦਾ ਗਾੜੀ ਜਵਾਬ ਇਹ ਸੀ ਵੀ ਜੇ ਤੂੰ ਤੇਰਾ ਸਾਡੀ ਕੁੜੀ ਦੇ ਉੱਤੇ ਕੋਈ ਹੱਕ ਨਹੀਂ। ਅਤੇ ਉਹਦੇ ਪਿਓ ਨੇ ਉਹਦੇ ਕੋਲ ਫੜ ਲਿਆ ਫੋਨ, ਸਾਡੇ ਅਜੇ ਮੋਬਾਈਲ ਦੇ ਵਿੱਚ ਉਹਨਾਂ ਦੀ ਜਿਹੜੀ ਆਪਾਂ ਰਿਕਾਰਡਿੰਗ ਆ ਉਹ ਸਾਡੇ ਫੋਨ ਦੇ ਵਿੱਚ ਅਜੇ ਵੀ ਹੈਗੀ ਹੈ। ਬਾਅਦ ਵਿੱਚ ਉਹਦੇ ਪਿਓ ਨੇ ਫੜ ਲਿਆ ਫੋਨ, ਅਤੇ ਪਿਓ ਉਹਦੇ ਨੇ ਇਹਨੂੰ ਧਮਕੀਆਂ ਦਿੱਤੀਆਂ ਵੀ ਜੇ ਸਾਡੀ ਕੁੜੀ ਨੂੰ ਤੂੰ ਤੰਗ ਪਰੇਸ਼ਾਨ ਕਰੇਂਗਾ, ਤੇਰੇ ਮਾਂ ਪਿਓ ਨੂੰ ਅਤੇ ਤੇਰੀ ਭੈਣ ਨੂੰ ਸਾਰਿਆਂ ਨੂੰ ਜੇਲ੍ਹ ਵਿਖਾ ਦਿਆਂਗਾ, ਮੈਂ ਪੁਲਿਸ 'ਚ ਨੌਕਰੀ ਕਰਦਾ। ਦੱਸੋ ਇਹ ਕਿੱਦਾਂ ਦੀਆਂ ਗੱਲਾਂ ਇੱਕਦਮ ਸਾਨੂੰ, ਅਸੀਂ ਆਪਣੇ ਚਾਵਾਂ ਨਾਲ ਉੱਥੇ ਵੇਖਣ ਡਏ ਵੀ ਬੱਚੇ ਬਾਹਰ ਚਲ ਗਿਆ, ਇਹ ਸਾਡੇ 'ਤੇ ਉਲਟਾ ਬਿਆਨਬਾਜ਼ੀ ਕਰੀ ਜਾਂਦੇ ਆ। ਉਹਦੇ ਤੋਂ ਬਾਅਦ ਫਿਰ ਮੁੜ ਕੇ ਨਾ ਇਹਨਾਂ ਦਾ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਬਾਅਦ 'ਚ ਫਿਰ ਇਹ ਡਿਪਰੈਸ਼ਨ 'ਚ ਉੱਥੇ ਰਹਿਣ ਲੱਗ ਪਿਆ। ਮੈਂ ਇਹਨੂੰ ਆਖਿਆ, ਮੈਂ ਕਿਹਾ ਯਾਰ ਐਵੇਂ ਤੇਰੇ 'ਤੇ ਕੋਈ ਐਲੀਗੇਸ਼ਨ ਲਾ ਕੇ ਤੈਨੂੰ ਅੰਦਰ ਕਰਾ ਦੂੰ, ਤੂੰ ਇੱਦਾਂ ਕਰ ਵੀ ਜੇ ਨਹੀਂ ਪੈਸੇ ਤਾਂ ਅਸੀਂ ਇੱਥੋਂ 45,000 ਰੁਪਈਆ ਪਾਇਆ, ਕੁਛ ਇਹਨੇ ਕਰਕੇ ਅਤੇ ਟਿਕਟ ਲਈ ਦੇ ਇਹ ਵਾਪਸ ਆ ਗਿਆ। ਵਾਪਸ ਆਉਣ 'ਤੇ 2 ਮਹੀਨੇ ਰਿਹਾ ਸਾਡੇ ਕੋਲ। ਬਾਅਦ ਵਿੱਚ ਮੈਂ ਕਿਹਾ ਵੀ ਤੇਰਾ ਅਜੇ ਵੀਜ਼ਾ ਹੈਗਾ 4 ਮਹੀਨੇ, ਤੂੰ ਇੱਥੇ ਕਰਨ ਡਿਆ ਜਾ ਤੂੰ। ਮੈਂ ਕਿਹਾ ਜਦੋਂ ਉਹਨੂੰ ਵਰਕ ਪਰਮਿਟ ਮਿਲੇਗਾ ਆਪਾਂ ਉਹਨਾਂ ਨਾਲ ਗੱਲ ਕਰ ਲਾਂਗੇ। ਇਹ ਚਲਾ ਗਿਆ ਮੁੜ ਕੇ। ਜਦੋਂ ਇਹ ਜਾਂਦਾ ਉੱਥੇ ਜਿਹੜੇ ਪੁਰਾਣੇ ਟਿਕਾਣੇ 'ਤੇ ਜਿੱਥੇ ਰਹਿੰਦੇ ਸੀ, ਉੱਥੋਂ ਉਹ ਸਮਾਨ ਲੈ ਕੇ ਅਤੇ ਉਹ ਮੁੰਡਾ ਵੀ ਨਾਲ, ਦੋਨੋਂ ਉੱਥੋਂ ਫਰਾਰ ਹੋ ਜਾਂਦੇ ਜਦੋਂ ਇਹ ਜਾਂਦਾ ਉੱਥੇ ਪਹੁੰਚਦਾ। ਮੁੜ ਕੇ 4 ਮਹੀਨੇ ਰਹਿੰਦਾ ਉੱਥੇ, ਪਰ ਉਹ ਨਹੀਂ ਨਜ਼ਰ ਆਏ। ਬਾਅਦ 'ਚ ਇਹਨੇ ਮੈਸੇਜ ਕੀਤਾ ਉਹਨੂੰ ਵੀ ਤੈਨੂੰ ਵੀਜ਼ਾ ਮਿਲਿਆ, ਮੈਨੂੰ ਵੀ ਵੀਜ਼ਾ ਦੇ, ਪਰ ਉਹ ਕਹਿੰਦੀ ਵੀ ਮੇਰੇ ਪਿਓ ਨੂੰ ਪੁੱਛੋ, ਮੈਂ ਨਹੀਂ ਕੁਛ ਵੀ ਦੱਸ ਸਕਦੀ। ਭਾਜੀ ਇੱਕ ਚੀਜ਼ ਮੈਨੂੰ ਦੱਸੋ ਕਿ ਜਦੋਂ ਬੱਚੇ ਦੀ ਮੈਰਿਜ ਹੋਈ ਹੈ ਤਾਂ ਉਹ ਲੜਕੀ ਦਾ ਜਿਹੜਾ ਸਾਰੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਸੀ? ਨਹੀਂ, ਸ਼ਾਦੀ ਤੱਕ ਤਾਂ ਕੋਈ ਗੱਲ ਨਹੀਂ, ਬਾਤ ਨਹੀਂ, ਕੁਛ ਨਹੀਂ, ਕਿਸੇ ਨੇ ਕਹੋ ਮੈਂ ਨਹੀਂ ਤੂੰ ਨਹੀਂ, ਕਿ ਗੱਲ ਵੱਧ ਚੜ੍ਹਾ ਕੇ ਨਹੀਂ ਕੀਤੀ ਕਿਸੇ ਨੇ ਵੀ। ਬਾਕੀ ਜਦੋਂ ਕੁੜੀ ਬਾਹਰ ਗਈ ਹੈ ਨਾ, ਉੱਥੋਂ ਹੀ ਮੁੜ ਕੇ ਖਿਲਾਰ ਪਿਆ। ਜਦੋਂ ਇਹ 13 ਮਹੀਨੇ ਬਾਅਦ ਮਗਰੋਂ ਗਿਆ ਉੱਥੇ, ਅਤੇ ਉਹ ਬਸ ਉਹਦਾ ਚੱਕਰ ਹੀ ਉਲਟਾ ਸੀਗਾ। ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ੍ਹ ਕੁੜੀਆਂ ਦਾ ਵੇਖੋ ਕੀ ਹਾਲ ਹੋਣ ਡਿਆ। ਅਤੇ ਅਸੀਂ ਤਾਂ ਉਹ ਕੁੜੀ ਤਾਂ ਐਡੀ ਮਤਲਬ ਭਲੀ ਮਾਨਸ ਅਸੀਂ ਕਹਿੰਦੇ ਹਾਂ ਵੀ ਇਹ ਚੰਗੀ ਆ ਕੁੜੀ, ਅਤੇ ਚਲੋ ਸਾਡਾ ਟਾਈਮ ਵਧੀਆ ਲੰਘੂ, ਪਰ ਉਹਨੇ ਤਾਂ ਸਾਨੂੰ ਜ਼ੀਰੋ ਕਰਕੇ ਰੱਖਤਾ। ਹੁਣ ਵੇਖੋ ਮੈਂ 4 ਕਣਾ ਪੈਲੀ ਇਹਨੂੰ ਮੈਂ ਪੁੱਛ ਕੇ ਵੇਚੀ, ਮੈਂ ਵੀ ਮੇਰੇ ਕੋਲ ਪੈਸੇ ਥੋੜ੍ਹੇ ਆ, ਉੱਧਰ 25-30 ਲੱਖ ਰੁਪਈਆ ਲੱਗਣਾ, ਅਤੇ ਇੰਨੇ ਪੈਸੇ ਕਿੱਥੋਂ ਲਿਆਈਏ? ਕਹਿੰਦਾ ਡੈਡੀ ਮੈਂ ਕਿਹੜੀ ਇੱਥੇ ਪੈਲੀ ਵਾਹੁਣੀ ਆਣ ਕੇ, ਅਤੇ ਤੁਸੀਂ ਵੇਚ ਦਿਓ। ਅਸੀਂ 4 ਕਣਾ ਪੈਲੀ ਵੇਚੀ ਆ। ਫਿਰ ਮੈਂ 10 ਲੱਖ ਦੀ ਲਿਮਟ ਬਣਾਈ, ਲਿਮਟ ਬਣਾ ਕੇ ਅਤੇ ਉਹ ਜਿੰਨਾ ਪੈਲੀ ਦਾ ਪੈਸਾ, ਜਿੰਨਾ ਲਿਮਟ ਦਾ ਪੈਸਾ, ਇਹਨੇ ਸਾਰਾ ਇਹਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਇਆ। ਜਮ੍ਹਾਂ ਕਰਾਉਣ ਦੇ ਬਾਵਜੂਦ ਜਦੋਂ ਇਹਦੀ ਪੜ੍ਹਾਈ ਖਤਮ ਹੋਈ ਆ, ਇਹਨੂੰ ਫੋਨ ਆਇਆ ਵੀ ਮੈਂ ਡਿਗਰੀ ਕਰਨੀ ਹੈ ਅਤੇ ਮੈਨੂੰ 5 ਲੱਖ ਰੁਪਈਆ ਹੋਰ ਭੇਜੋ। ਮੈਂ ਇਹਨੂੰ ਕਿਹਾ, ਮੈਂ ਉਹਦੇ ਪਿਓ ਨੂੰ ਕਿਹਾ ਵੀ ਅਸੀਂ ਕਿਹੜਾ ਕੋਈ ਦਾਜ ਨਹੀਂ, ਕੋਈ ਦਾਉ ਨਹੀਂ ਲਿਆ, ਅਤੇ ਤੂੰ ਕੁੜੀ ਨੂੰ ਆਪਣੀ ਨੂੰ ਭੇਜ ਦਿਓ, ਤੁਹਾਨੂੰ ਦੇ ਦਾਂਗੇ ਮੁੜ ਕੇ ਕਮਾ ਕੇ। ਪਰ ਉਹਨਾਂ ਨੇ ਕੰਨ 'ਤੇ ਜੂੰ ਨਹੀਂ ਸਰਕੀ। ਉਹਨਾਂ ਨੂੰ ਪਤਾ ਸੀਗਾ ਵੀ ਅਸੀਂ ਤਲਾਕ ਦਾ ਬੈਠੇ ਹਾਂ ਚੱਕਰਾਂ 'ਚ, ਅਤੇ ਇਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਕੀਤੀ, ਅਤੇ ਉਲਟਾ ਸਾਡੇ 'ਤੇ ਇਹਨਾਂ ਨੇ ਕੇਸ ਕੀਤਾ। ਅਸੀਂ ਉੱਥੇ ਦੇ ਘਰ ਗਏ ਹਾਂ ਰਿਕੁਐਸਟ ਕਰਨ। ਜਦੋਂ ਮੈਂ ਰਣਜੀਤ ਸਾਗਰ ਡੈਮ 'ਤੇ ਰਹਿੰਦਾ ਸੀ, ਉੱਥੋਂ ਮੈਂ ਆਪਣੀ ਯੂਨੀਅਨ ਦੇ ਮੈਂਬਰ ਪ੍ਰਧਾਨ ਲੈ ਕੇ ਇਹਦੇ ਘਰ ਗਿਆ, ਅਤੇ ਇਹ ਘਰ ਹੈ ਨਹੀਂ, ਇਹਦੀ ਘਰ ਦੀ ਨੇ ਚਲੋ ਪਾਣੀ ਪੂਣੀ ਪੁੱਛਿਆ, ਮੈਂ ਤਾਂ ਨਹੀਂ ਪੀਤਾ ਗੁੱਸੇ ਦੇ ਮਾਰਿਆਂ। ਬਾਅਦ ਵਿੱਚ ਇਹ ਪਿਓ ਇਹਦਾ ਆਇਆ ਲੜਕੀ ਦਾ ਬਾਹਰੋਂ, ਅਤੇ ਆਣ ਕੇ ਆਂਦਾ ਹਾਂਜੀ ਦੱਸੋ ਕਿੱਧਰ ਆਏ ਜੇ? ਉਹ ਮੈਂ ਕਿਹਾ ਬਹਿ ਜਾਓ, ਤੁਹਾਡੇ ਬੋਲਣ ਦਾ ਕੀ ਤਰੀਕਾ? ਮੈਂ ਕਿਹਾ ਅਜੇ ਤਲਾਕ ਨਹੀਂ ਹੋਇਆ, ਜਦੋਂ ਹੋ ਜਾਏਗਾ ਉਦੋਂ ਆਪਾਂ ਨਹੀਂ ਆਉਂਦੇ, ਤੇਰੇ ਬੋਲਣ ਦੀ ਵਰਡਿੰਗ ਕੀ ਹੈ? ਬਹਿ ਤੈਨੂੰ ਦੱਸਦੇ ਕੀ ਗੱਲ ਹੈ। ਮੁੜ ਕੇ ਫਿਰ ਮੈਂ ਗੱਲ ਕੀਤੀ, ਮੈਂ ਕਿਹਾ ਵੀ ਅਸੀਂ ਪੈਸਾ ਲਾਇਆ, ਕੁੜੀ ਬਾਹਰ ਗਈ ਆ, ਅਤੇ ਮੁੰਡੇ ਦੇ ਜੀਵਨ ਵਾਸਤੇ ਵੀ ਬੱਚਾ ਚੰਗਾ ਸੌਖਾ ਰਹੇਗਾ ਬਾਹਰ, ਵੀ ਬਾਹਰ ਜਾਣਾ, ਇਹ ਕਹਿੰਦਾ ਜਾਣਾ ਮੈਂ ਬਾਹਰ ਹੀ ਜਾਣਾ। ਅਤੇ ਇਹਨਾਂ ਨੇ ਸਾਡੇ ਨਾਲ ਇੱਦਾਂ ਧੋਖੇਬਾਜ਼ੀ ਕੀਤੀ ਹੈ। ਅਤੇ ਪਿਓ ਇਹਦਾ ਕਹਿੰਦਾ ਵੀ ਇਹ ਰਿਸ਼ਤਾ ਨਹੀਂ ਗਾ ਰਹਿਣਾ, ਅਤੇ ਅਗਲੀ ਗੱਲ ਕਰੋ। ਮੈਂ ਕਿਹਾ ਵੀ ਅਗਲੀ ਗੱਲ ਫਿਰ ਇਹੋ ਹੀ, ਤੈਨੂੰ ਪਤਾ ਹੀ ਆ, ਨਹੀਂ ਰਿਸ਼ਤਾ ਰੱਖਣਾ ਤਾਂ ਸਾਡਾ ਪੈਸਾ ਵਾਪਸ ਕਰ ਦਿਓ। ਇਹਨਾਂ ਨੇ ਮੁੜ ਕੇ ਇਹਨਾਂ ਨੇ ਤਲਾਕ ਦਾ ਕੇਸ ਕੀਤਾ। ਪਹਿਲਾਂ ਵੂਮੈਨ ਸੈੱਲ 'ਚ ਕਰਕੇ ਉੱਥੋਂ ਇਹਨਾਂ ਲਿਖਤੀ ਰੂਪ 'ਚ ਵਾਪਸ ਲਿਆ ਦਾ ਵੀ ਮੈਨੂੰ ਵੂਮੈਨ ਸੈੱਲ ਦਾ ਜਿਹੜਾ ਫੈਸਲਾ ਮਨਜ਼ੂਰ ਨਹੀਂ ਗਾ, ਅਤੇ ਮੈਨੂੰ ਕੋਰਟ ਦਾ ਫੈਸਲਾ ਜੋ ਕਰੇਗਾ ਮੈਨੂੰ ਮਨਜ਼ੂਰ ਆ। ਇਹਨਾਂ ਨੇ ਅਸੀਂ ਫਿਰ 3 ਤਰੀਕਾਂ ਭੁਗਤ ਚੁੱਕੇ ਸੀਗੇ। ਬਾਅਦ 'ਚ ਕਰੋਨਾ ਆ ਗਿਆ, ਅਸੀਂ ਫਿਰ ਗਏ ਇੱਥੋਂ, ਅਸੀਂ ਉੱਥੇ ਵਕੀਲ ਕੀਤਾ, ਲੱਖ ਰੁਪਏ 'ਚ ਅਸੀਂ ਵਕੀਲ ਕੀਤਾ ਜੀ ਉੱਥੇ।
ਵਕੀਲ ਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਇੰਨਾ ਰੇਟ? ਕਹਿੰਦਾ ਜੀ ਇਹ ਪਟਿਆਲੇ ਤੇ ਮਤਲਬ ਰੇਟ ਵੱਧ ਹੀ ਹੈ ਜੀ, ਗੁਰਦਾਸਪੁਰ ਤੇ ਮਾਮੂਲੀ ਗੱਲ ਆ ਤੇ ਇੱਥੇ ਰੇਟ ਵੱਧ ਨੇ। ਚਲੋ ਅਸੀਂ ਦਿੱਤਾ। ਹੁਣ ਅਸੀਂ ਹਰ ਤਰੀਕੇ ਜਾਂਦੇ ਹਾਂ ਜੀ ਉੱਥੇ, ਸਾਡਾ 8-9 ਹਜ਼ਾਰ ਰੁਪਇਆ ਚੱਕਰ ਦਾ ਖਰਚਾ ਆ ਜਾਂਦਾ। ਕਿੰਨੀ ਦੇਰ ਹੋ ਗਈ ਹੈ ਜੀ ਇਹ ਸਾਰੇ ਕੇਸ ਨੂੰ, ਔਰ ਇੱਕਦਮ ਹੀ ਕਿਉਂ ਹੁਣ ਤੁਸੀਂ ਵੀ ਸਾਹਮਣੇ ਆਏ ਜੀ? ਹਾਂਜੀ, ਇਹ ਇੱਦਾਂ ਜੀ, ਮਤਲਬ 16 ਦੇ ਵਿੱਚ ਮੈਰਿਜ ਹੋਣ ਡਈ ਆ ਅਤੇ 17 'ਚ ਲੜਕੀ ਗਈ ਹੈ, 1 ਸਾਲ ਬਾਅਦ ਗਈ ਆ। ਇਹ ਜਦੋਂ ਉੱਥੇ ਗਈ ਆ, ਜਦੋਂ ਮੁੰਡਾ ਉੱਥੇ ਪਹੁੰਚਾ ਜੀ, ਸਾਰਾ ਖਲਾਰਾ ਉਦੋਂ ਪਿਆ ਜਦੋਂ ਇਹਨਾਂ ਦੀ ਪੋਲ ਜ਼ਾਹਰ ਹੋਈ ਆ ਵੀ ਇਹ ਇੱਦਾਂ ਕਰਦੀ ਆ, ਇੱਦਾਂ ਮੇਰੇ ਨਾਲ ਨਹੀਂ ਚੰਗਾ ਬੋਲਦੀ, ਜਾਂ ਕੋਈ ਗੱਲ, ਜਾਂ ਮੇਰੇ ਨਾਲ ਮਿਸਬਿਹੇਵ ਕਰਦੀ ਆ। ਜੇ ਕਹਿੰਦਾ ਮੈਂ ਛੁੱਟੀ ਵਾਲੇ ਦਿਨ ਇਹਨੂੰ ਆਖਣਾ ਵੀ ਚੱਲ ਜੇ ਘੁੰਮਣ ਫਿਰਨ ਜਾਣਾ ਚੱਲੀਏ, ਤੇ ਇਹਨੇ ਆਖਣਾ ਮੈਂ ਨਹੀਂ ਜਾਣਾ। ਅਤੇ ਜੇ ਕਹਿੰਦਾ ਮੈਂ ਬਾਹਰ ਨਿਕਲ ਜਾਣਾ, ਅਤੇ ਇਹਨੇ ਉਹ ਮੁੰਡੇ ਨਾਲ ਗੱਡੀ 'ਚ ਬਹਿ ਕੇ ਤੇ ਘੁੰਮਣ ਫਿਰਨ ਚੱਲ ਜਾਣਾ। ਮੇਰੇ ਨਾਲ ਨਹੀਂ ਰਹੀ ਉਹ। ਅਤੇ ਫਿਰ ਬਾਅਦ ਵਿੱਚ ਜਦੋਂ ਮੁੜ ਕੇ ਦੁਬਾਰਾ ਗਿਆ ਮੁੰਡਾ, ਫਿਰ ਇਹ ਉਹਨਾਂ ਨੇ ਵੀਜ਼ਾ ਨਹੀਂ ਸਾਨੂੰ ਦਿੱਤਾ। ਵੀਜ਼ਾ ਨਾ ਦੇਣ ਦੀ ਸੂਤਰ ਦੇ ਵਿੱਚ ਇਹ ਫਿਰ ਮੈਨੂੰ ਕਹਿੰਦਾ, ਡੈਡੀ ਜੇ ਮੈਂ ਇਨ ਟਾਈਮ 'ਚ ਆ ਜਾ ਤਾਂ ਮੈਂ ਮੁੜ ਕੇ ਵੀ ਜਾ ਸਕਦਾ, ਅਤੇ ਜੇ ਸਟੈਂਪ ਲੱਗ ਗਈ ਤਾਂ ਫਿਰ ਮੈਂ 3 ਸਾਲ ਨਹੀਂ ਕਿਤੇ ਵੀ ਜਾ ਸਕਦਾ। ਇਹਦਾ ਫਿਰ 30 ਤਰੀਕ ਨੂੰ ਮੁੱਕਦਾ ਸੀ ਵੀਜ਼ਾ, ਇਹਨੇ ਫਿਰ 26 ਤਰੀਕ ਨੂੰ ਉੱਥੋਂ ਟਿਕਟ ਕਰਾਈ ਅਤੇ 27-28 ਤਰੀਕ ਨੂੰ ਸਾਡੇ ਕੋਲ ਵਾਪਸ ਆ ਗਿਆ। ਅਤੇ ਇਹ ਤਾਂ ਗਲਤ ਬਾਤ ਆ। ਹੁਣ ਇਹਨਾਂ ਨੇ ਮਤਲਬ ਅਸੀਂ ਵੀ ਫਿਰ ਹੁਣ ਸਾਨੂੰ ਉਹ ਵਕੀਲ ਨੇ ਸਲਾਹ ਦਿੱਤੀ ਵੀ ਤੁਸੀਂ ਜੀ ਇੱਥੇ ਪਟਿਆਲੇ ਆਉਂਦੇ ਹੋ, ਬਾਰ-ਬਾਰ 8-9 ਹਜ਼ਾਰ ਰੁਪਈਆ ਖਰਚਦੇ ਹੋ, ਅਤੇ ਤੁਸੀਂ ਆਪਣੇ ਗੁਰਦਾਸਪੁਰ ਤੁਸੀਂ ਵੀ ਧੋਖਾਧੜੀ ਦਾ ਕੇਸ ਕਰ ਦਿਓ। ਉਹ ਅਸੀਂ ਹੁਣ ਕੀਤਾ। ਉੱਧਰੋਂ ਆਹ ਨੈੱਟ 'ਤੇ ਜਿਹੜੀ ਖਬਰ ਲੱਗੀ ਆ, ਹੁਣ ਇਹਨਾਂ ਨੂੰ ਚੜ੍ਹਿਆ ਵੱਟਣਾ। ਅਤੇ ਕੱਲ੍ਹ ਫਿਰ ਉਹ ਸਾਡੇ MLA ਕੋਲ ਆਏ ਨੇ ਵੀ ਸਾਡਾ ਫੈਸਲਾ ਕਰਾਓ, ਅਤੇ ਅਸੀਂ ਵੀ ਗਏ ਹਾਂ ਉੱਥੇ। ਸਾਨੂੰ MLA ਨੇ ਚੋਰੀ ਸੱਦਿਆ ਇਹਨਾਂ ਤੋਂ ਵੀ ਉਹ ਆਈ ਪਾਰਟੀ, ਅਤੇ ਤੁਸੀਂ ਫਟਾਫਟ ਪਹੁੰਚੋ ਇੱਥੇ। ਅਸੀਂ ਗਏ ਹਾਂ, ਗੱਲਾਂ ਬਾਤਾਂ ਹੋਈਆਂ ਨੇ। ਫਿਰ ਬੇਟੇ ਦੀ ਇਹੋ ਹੀ MLA ਨੇ ਪੁੱਛਿਆ ਵੀ ਦੱਸੋ ਤੁਹਾਡਾ ਕੀ ਵਿਚਾਰ ਆ। ਇਹਨੇ ਕਿਹਾ ਵੀ ਫਿਲਹਾਲ ਮੈਨੂੰ ਇਹ 2 ਸਾਲ ਦਾ ਵੀਜ਼ਾ ਰਹਿੰਦਾ ਇਹਦਾ, ਮੈਨੂੰ ਵੀਜ਼ਾ ਦੇ ਦੇ, ਜਿੱਥੇ ਲੜਕੀ ਨੇ ਰਹਿਣਾ ਮੈਨੂੰ ਕੋਈ ਇਤਰਾਜ਼ ਨਹੀਂ, ਜਿਹਦੇ ਨਾਲ ਮਰਜ਼ੀ ਰਹੇ, ਜਿੱਥੇ ਮਰਜ਼ੀ ਰਹੇ। ਮੈਂ ਮਤਲਬ ਇਹਨੂੰ ਇਹ ਨਹੀਂ ਕਹਾਂਗਾ, ਮੈਂ ਆਪਣਾ ਜਿੱਥੇ ਮਰਜ਼ੀ ਕੰਮ ਕਰਾਂ, ਮੈਨੂੰ 2 ਸਾਲ ਦਾ ਵੀਜ਼ਾ ਦੇ ਦੇ, ਅਸੀਂ ਤੁਹਾਨੂੰ ਤਲਾਕ ਲਿਖ ਦਾਂਗੇ। ਮਾਂ ਪਿਓ ਹਮੇਸ਼ਾ ਹੀ ਜਿਹੜਾ ਕੁਝ ਨਾ ਕੁਝ ਸੁਪਨੇ ਸਜਾ ਕੇ ਬਹਿੰਦਾ। ਜਦੋਂ ਇੱਕਦਮ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜਾਂਦਾ ਅਤੇ ਸਾਰੇ ਪਰਿਵਾਰ ਦੇ ਵਿੱਚ ਇੱਕਦਮ ਹੀ ਕਹਿੰਦੇ ਨੇ ਕਿ ਉਹ ਦਿਨ ਕੁਛ ਖੁਸ਼ੀ ਦੇ ਵੇਖੇ ਹੁੰਦੇ ਅਤੇ ਇੱਕਦਮ ਗਮੀ ਦੇ ਵਿੱਚ, ਉਦਾਸੀ ਵਿੱਚ ਬਦਲ ਜਾਂਦੇ ਆ। ਅਤੇ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਇਸ ਤਰ੍ਹਾਂ ਕਿਉਂ ਹੋਣਾ ਚਾਹੀਦਾ? ਸਰ ਵੇਖੋ, ਮੈਨੂੰ ਜਿੱਦਣ ਇਹ ਗੱਲ ਦਾ ਪਤਾ ਲੱਗਦਾ ਨਾ ਜੀ, ਮੇਰੇ 'ਤੇ 2 ਵਾਰੀ ਅਟੈਕ ਆਇਆ। ਮਤਲਬ ਮੇਰਾ ਇੰਨਾ ਸਰੀਰ ਕੋਈ ਹਿਸਾਬ ਨਹੀਂ, ਅਤੇ ਮੇਰਾ ਅੱਧਾ ਸਰੀਰ ਰਹਿ ਗਿਆ ਸੋਚ ਕੇ ਵੀ 24 ਘੰਟੇ ਅਸੀਂ ਮੀਆਂ ਬੀਬੀ ਬਹਿ ਕੇ ਵੀ ਸਾਡੇ ਨਾਲ ਕੀ ਬਣੇਗਾ। ਪੈਸਾ ਵੀ ਲੱਗ ਗਿਆ, ਕੋਲ ਕੁਛ ਨਹੀਂ ਰਹਿ ਗਿਆ। ਹਾਂਜੀ, ਅਤੇ ਇੱਕਦਮ ਜਿਹੜਾ ਨਾ ਇਹ ਸਮਝੋ ਵੀ ਨੁਕਸਾਨ ਹੀ ਨੁਕਸਾਨ ਹੈ ਜਿਹੜਾ ਸਾਡਾ ਹੋਇਆ। ਅਤੇ ਅਸੀਂ ਤਾਂ ਮੰਗ ਇਹੀ ਕਰਦੇ ਹਾਂ ਵੀ ਜੇ ਹੁਣ ਇਹ ਕਿਸੇ ਪਾਸੇ ਨਹੀਂ ਲੱਗਦੇ ਤਾਂ ਸਾਡਾ ਜਿੰਨਾ ਕੁ ਲੜਕੀ 'ਤੇ ਪੈਸਾ ਲੱਗਾ ਸਾਨੂੰ ਪੈਸਾ ਵਾਪਸ ਕਰ ਦੇਣ, ਅਤੇ ਅਸੀਂ ਇਹਨਾਂ ਨੂੰ ਤਲਾਕ ਦੇ ਦਾਂਗੇ। ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਤੁਹਾਨੂੰ? ਕਿਉਂਕਿ ਮੀਡੀਆ ਵੈਸੇ ਵੀ ਅਸੀਂ ਸਭ ਲੋਕ ਜਾਣਦੇ ਹਾਂ ਕਿ ਇੱਕ ਚੌਥਾ ਥੰਮ ਇਹਨੂੰ ਗਿਣਿਆ ਜਾਂਦਾ। ਹੁਣ ਵੀ ਮੀਡੀਆ ਜਿਹੜਾ ਹੈਗਾ ਇਹਨਾਂ ਪਰਿਵਾਰਾਂ ਦੀ ਰੇਖ ਦੇਖ ਦੇ ਵਿੱਚ ਅੱਗੇ ਆਇਆ ਵਾ। ਸਾਰਾ ਅਸੀਂ ਆਪਣੇ ਲੜਕੇ ਵੱਲੋਂ ਨਾ ਮਤਲਬ ਕੋਈ ਕੇਸ ਨਹੀਂ ਕੀਤਾ ਇਹਨਾਂ 'ਤੇ, ਅਤੇ ਪੁਲਿਸ ਨੇ ਕਾਰਵਾਈ ਕਾਹਦੀ ਕਰਨੀ ਸਾਡੀ। ਹੁਣ ਅਸੀਂ SSP ਨੂੰ ਦਰਖਾਸਤ ਦਿੱਤੀ, ਫਾਈਲ ਬਣਾ ਕੇ ਦਿੱਤੀ, ਸਾਰੀ ਡਾਕੂਮੈਂਟ ਦਿੱਤੇ ਵੀ ਜਿੰਨਾ ਸਾਡਾ ਖਰਚਾ ਆਇਆ, ਇੱਦਾਂ ਇੰਨੇ ਚਿਰ ਦੀ ਕੁੜੀ ਉੱਥੇ ਰਹਿੰਦੀ ਆ, ਇਹਨੇ ਸਾਡੇ ਨਾਲ ਧੋਖਾ ਕੀਤਾ, ਧੋਖਾਧੜੀ। ਉਹ SSP ਨੇ ਹੁਣ DSP ਨੂੰ ਕੇਸ ਦਿੱਤਾ। ਉਹ DSP ਸਾਹਿਬ ਗਏ ਲੁਧਿਆਣੇ ਦੇ ਆ, ਉਹ ਪਿੰਡ ਗਏ ਸੀ, ਅਤੇ ਉਹਨਾਂ ਨੇ ਹੁਣ ਦੂਜੀ ਪਾਰਟੀ ਨੂੰ ਬੁਲਾਇਆ, ਵੀਰਵਾਰ ਦਾ ਟਾਈਮ ਦਿੱਤਾ ਵੀ ਇੱਥੇ ਆਓ, ਪਹੁੰਚੋ। ਹੁਣ ਵੇਖੋ ਗਾੜੀ ਪੁਲਿਸ ਕੀ ਕਰਦੀ, ਕੀ ਇਨਸਾਫ ਕਰਦੀ ਹੈ। ਭਾਅ ਜੀ ਤੁਸੀਂ ਦੱਸੋ ਕਿ ਹੁਣ ਅੱਗੇ ਤੁਸੀਂ ਕੀ ਸੋਚ ਕੇ ਬੈਠੇ ਜੇ ਕਿ ਕਿਸ ਤਰ੍ਹਾਂ ਦੀ ਤੁਸੀਂ ਮਦਦ ਜਿਹੜੀ ਹੈਗੀ ਆ ਪ੍ਰਸ਼ਾਸਨ ਕੋਲੋਂ ਵੀ ਤੁਸੀਂ ਮੰਗਦੇ ਜੇ? ਸਰ ਮੈਂ ਇੱਕ ਪ੍ਰਸ਼ਾਸਨ ਕੋ, ਇੱਕ ਸਰਕਾਰ ਕੋ, ਮੈਡਮ ਮਨੀਸ਼ਾ ਗੁਲਾਟੀ ਜੀ ਨੂੰ ਰਿਕੁਐਸਟ ਕਰਦਾ ਕਿ ਮੇਰੇ ਕੇਸ ਨੂੰ ਚੰਗੀ ਤਰ੍ਹਾਂ ਦੇਖਿਆ ਜਾਏ। ਜੇ ਮੈਂ ਗਲਤ ਹੋਵਾਂ, ਮੇਰੇ 'ਤੇ ਕਾਨੂੰਨੀ ਕਾਰਵਾਈ ਜਿਹੜੀ ਵੀ ਬਣਦੀ ਆ ਕਰੋ। ਜੇ ਮੈਂ ਗਲਤ ਨਹੀਂ ਹੋਗਾ ਤਾਂ ਮੈਨੂੰ ਇਨਸਾਫ ਦਿਵਾਇਆ ਜਾਏ। ਹਰ ਵੇਲੇ ਅਸੀਂ ਹੁਣ ਦੇਖਦੇ ਹਾਂ ਕਿ ਤਕਰੀਬਨ 200 ਤੋਂ ਵੱਧ ਜਿਹੜੇ ਪਰਿਵਾਰ ਨੇ, ਹਜੇ 200 ਦੀ ਗਿਣਤੀ ਹੋਈ ਹੈ, ਲੇਕਿਨ ਉਹ ਹੋਰ ਵੀ ਪਤਾ ਨਹੀਂ ਕਿਸ ਤਰ੍ਹਾਂ ਦੇ ਕਿੰਨੇ ਪਰਿਵਾਰ ਜਿਹੜੇ ਨੇ ਉਹ ਤੁਹਾਡੇ ਵਾਂਗੂ ਪੀੜਤ ਨੇ। ਕੀ ਕਹਿਣਾ ਚਾਹੋਗੇ ਖਾਸ ਕਰਕੇ ਉਹਨਾਂ ਪਰਿਵਾਰਾਂ ਨੂੰ ਵੀ ਕਿ ਇਹ ਜਿਹੜੇ ਜਾਂ ਕੰਟਰੈਕਟ ਬੇਸ 'ਤੇ ਜਿਹੜੀ ਮੈਰਿਜ ਹੈ ਜਾਂ ਪੇਪਰਾਂ ਦੇ ਵਿੱਚ ਮੈਰਿਜ ਹੈ, ਇਹ ਤੋਂ ਕਿੰਨਾ ਕੁ ਦੂਰ ਰਹਿਣਾ ਚਾਹੀਦਾ? ਕਿਉਂਕਿ ਉਹਦਾ ਚਾਹੇ ਹਜੇ ਤੁਹਾਡੀ ਜਿਹੜੀ ਹੈ ਉਹ ਅਰੇਂਜ ਮੈਰਿਜ ਸੀ, ਤੁਸੀਂ ਆਪ ਕੀਤਾ, ਲੇਕਿਨ ਫਿਰ ਵੀ ਤੁਹਾਡੇ ਨਾਲ ਇਹ ਜਿਹੜੀ ਘਟਨਾ ਵਾਪਰੀ ਹੈ। ਸਰ ਮੈਂ ਤਾਂ ਪਹਿਲਾਂ ਕਹਿੰਦਾ ਵਾਂ
ਵੀ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ, ਹਰੇਕ ਗਲਤ ਨਹੀਂ ਹੁੰਦੀ। ਇੱਕ ਕੁੜੀ ਪਿੱਛੇ ਇੱਕ ਕੁੜੀ ਦੀ ਬਦਨਾਮੀ ਇੱਕ ਕਰਕੇ ਸਾਰੀਆਂ ਬਦਨਾਮ ਹੋਈਆਂ ਨੇ। ਮੈਂ ਬਾਕੀ ਇਹੋ ਕਹਿੰਦਾ ਵਾਂ ਵੀ ਜੇ ਮੈਰਿਜ ਕਰਵਾਉਣੀ ਵੀ ਹੈਗੀ ਆ, ਪਰ ਅੱਜ ਕੱਲ੍ਹ ਤਾਂ ਸਾਰੇ ਪਾਸੇ ਧੋਖਾ ਹੀ ਹੈ ਸਰ। ਹੁਣ ਤਾਂ ਉੱਦਾਂ ਹੀ ਡਰ ਲੱਗਦਾ ਮੈਰਿਜ ਕਰਾਉਣ ਤੋਂ ਵੀ। ਮੇਰੇ ਨਾਲ ਦੇ ਕਈ ਆ ਯਾਰ ਰਿਸ਼ਤੇਦਾਰ ਆ, ਉਹਨਾਂ ਨੂੰ ਜਿੱਦਾਂ ਮੰਨ ਲਓ ਵੀ ਕੋਈ ਵਾਰੀ ਕਹਿ ਹੀ ਦਿੰਦਾ ਬੰਦਾ ਵੀ ਰਿਸ਼ਤਾ ਆ ਰਿਹਾ ਵਾ ਸਰ, ਹੁਣ ਉਹ ਵੀ ਦੂਰ ਭੱਜਣ ਲੱਗ ਪਏ ਇਹ ਕੰਮ ਤੋਂ। ਮੈਂ ਰਿਕੁਐਸਟ ਕਰਦਾ ਵਾਂ ਵੀ ਇਹੋ ਜਿਹੇ ਬੰਦਿਆਂ ਦੇ ਚੱਕਰ 'ਚ ਨਾ ਆਇਓ, ਬਚੇ ਰਹੋਗੇ, ਨਹੀਂ ਤਾਂ ਉਹਨਾਂ ਦਾ ਹਾਲ ਵੀ ਮੇਰੇ ਵਰਗਾ ਹੋਊਗਾ। ਜਿਹੜਾ ਇੱਕ ਕੇਸ ਜਿਹੜਾ ਹੁਣ ਸਭ ਤੋਂ ਅੱਗੇ ਆਇਆ, ਜਿਹਦੇ ਕਰਕੇ ਬਹੁਤ ਸਾਰੇ ਕੇਸ ਜਿਹੜੇ ਨੇ ਹੁਣ ਸਾਹਮਣੇ ਆਉਂਦੇ ਨੇ, ਕਿਉਂਕਿ ਉਸ ਵਿਚਾਰੇ ਲੜਕੇ ਦੀ ਵੀ ਜਿਹੜੀ ਹੈਗੀ ਹੈ ਉਹਨੂੰ ਸੁਸਾਈਡ ਕਰਨਾ ਪੈ ਗਿਆ। ਕਿ ਤੁਹਾਨੂੰ ਲੱਗਦਾ ਕਿ ਤੁਸੀਂ ਟਾਈਮ ਦੇ ਨਾਲ ਹੀ ਬਚ ਵੀ ਗਏ ਜੇ, ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿ ਤੁਹਾਡੇ ਨਾਲ ਹੀ ਕੋਈ ਇਸ ਤਰ੍ਹਾਂ ਦਾ ਇੰਸੀਡੈਂਟ ਹੋ ਸਕਦਾ ਸੀ? ਹਾਂਜੀ ਸਰ, ਹੋ ਸਕਦਾ। ਜਦੋਂ ਦੇਖੋ ਜੀ ਸਾਰੀ ਦਿਹਾੜੀ ਪਹਿਲਾਂ ਇਕੱਲੇ ਬੈਠੇ ਸੋਚਦੇ ਰਹਿਣਾ ਵੀ ਮੇਰੇ ਘਰ ਦੇ ਕੀ ਬੀਤਦੀ ਹੋਊਗੀ, ਮੇਰਾ ਸਾਰਾ ਪੈਸਾ ਚਲ ਗਿਆ ਵਾ, ਹੁਣ ਗਰੀਬ ਹੋ ਗਏ ਆ। ਸਿਸਟਰ ਹੈਗੀ ਇੱਕ ਵਿਆਹ ਕਰਾਉਣ ਮੇਰੇ ਬੁੱਢੇ ਮਾਂ ਪਿਓ ਆ। ਕੱਲ੍ਹ ਨੂੰ ਮੰਨ ਲਓ ਕੋਈ ਐਮਰਜੈਂਸੀ ਪੈ ਜੇ, ਕੋਈ ਪੈਸਾ ਆ ਜੇ, ਕਿੱਥੋਂ ਲਿਆਵਾਂਗੇ ਸਰ? ਲਵਲੀ ਜੀ, ਤੁਹਾਨੂੰ ਲੱਗਦਾ ਹੈ ਕਿ ਅਗਰ ਸੋਸ਼ਲ ਮੀਡੀਆ ਨਾ ਹੁੰਦਾ ਤੇ ਜਿੰਨੀ ਦੇਰ ਤੋਂ ਕੇਸ ਤੁਹਾਡਾ ਚੱਲ ਰਿਹਾ, ਮੇਰੇ ਖਿਆਲ 'ਚ ਹੋ ਸਕਦਾ ਕਿ ਕਿਸੇ ਨੂੰ ਪਤਾ ਵੀ ਨਾ ਲੱਗਦਾ। ਜਿਸ ਤਰ੍ਹਾਂ ਕਿ ਹੁਣ ਤੁਸੀਂ ਵੀ ਦੁਬਾਰਾ ਇੱਕ ਵਾਰੀ ਸੋਸ਼ਲ ਮੀਡੀਆ ਚਾਹੇ ਨੈਸ਼ਨਲ ਮੀਡੀਆ, ਲੇਕਿਨ ਉਹ ਹੁਣ ਵੀ ਸਾਹਮਣੇ ਆਏ ਜੇ। ਅਗਰ ਹੋ ਸਕਦਾ ਕਿ ਇਸ ਤੋਂ ਪਹਿਲੇ ਵੀ ਤੁਸੀਂ ਇਸ ਤਰ੍ਹਾਂ ਸਾਹਮਣੇ ਆਏ ਹੁੰਦੇ, ਤਾਂ ਹੋ ਸਕਦਾ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਆ ਜਾਂ ਲੜਕੇ ਆ ਜਾਂ ਲੜਕੀਆਂ ਵਾ, ਮੇਰੇ ਖਿਆਲ 'ਚ ਉਹਨਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਦੁੱਖ ਜਾਂ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਉਹ ਨਾ ਝੱਲਣੀਆਂ ਪੈਂਦੀਆਂ। ਸਰ ਐਕਚੁਅਲੀ ਅੱਜ ਕੱਲ੍ਹ ਸਾਰੀਆਂ ਪਾਵਰਾਂ ਗਰਲਸ ਨੂੰ ਦਿੱਤੀਆਂ ਹੋਈਆਂ ਨੇ। ਲੜਕੇ ਦੀ ਸੁਣਵਾਈ ਘੱਟ ਆ, ਲੜਕੀਆਂ ਦੀ ਜ਼ਿਆਦਾ ਵਾ। ਇਸ ਕਰਕੇ ਜੇ ਮੈਂ ਪਹਿਲਾਂ ਵੀ ਦਿੰਦਾ, ਮੇਰੇ 'ਤੇ ਕੋਈ ਸੁਣਵਾਈ ਨਹੀਂ ਹੋਣੀ ਸੀ। ਹੁਣ ਮੈਡਮ ਮਨੀਸ਼ਾ ਗੁਲਾਟੀ ਜੀ ਨੇ ਸਖਤ ਕੀਤੇ ਕਾਨੂੰਨ, ਸੋ ਸਾਰੇ ਉੱਭਰ ਕੇ ਬਾਹਰ ਆ ਰਹੇ ਨੇ। ਦੇਖੋ ਸਰ, ਅੱਜ ਮੈਡਮ ਮਨੀਸ਼ਾ ਗੁਲਾਟੀ ਜੀ ਉੱਥੇ ਗਏ ਸੀ ਧਨੌਲੇ, ਕਿੰਨੇ ਲੜਕੇ ਬਾਹਰ ਖੜ੍ਹੇ ਸੀ ਆਪਣੀਆਂ ਫਾਈਲਾਂ ਲੈ ਕੇ। ਲੜਕੇ ਨਹੀਂ, ਲੜਕੀਆਂ ਵੀ ਸੀ। ਮੈਂ ਕਹਿੰਦਾ ਜੇ ਲੜਕਾ ਗਲਤ ਆ, ਲੜਕੇ ਨੂੰ ਰਿਪੋਰਟ ਕਰੋ ਜਾਂ ਉਹਨੂੰ ਸਜ਼ਾ ਦਿਵਾਓ। ਜੇ ਲੜਕੀ ਗਲਤ ਆ, ਉਹਨਾਂ ਸੇਮ ਹੋਣਾ ਚਾਹੀਦਾ ਵਾ। ਇਹ 'ਚ ਲੜਕੇ ਅਤੇ ਲੜਕੀ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ। ਜੋ ਗਲਤ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਅਗਰ ਤੁਹਾਨੂੰ ਭਾਜੀ ਇਨਸਾਫ ਨਹੀਂ ਮਿਲਦਾ ਤਾਂ ਤੁਸੀਂ ਕੀ ਚਾਹੁੰਦੇ ਜੇ? ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬੇਅੰਤ ਕੌਰ ਨੂੰ ਜਿਹੜਾ ਹੈਗਾ ਰਿਪੋਰਟ ਕਰਨਾ ਚਾਹੀਦਾ, ਤੁਸੀਂ ਕੀ ਚਾਹੁੰਦੇ ਜੇ? ਸਰ ਮੈਂ ਤਾਂ ਇਹੋ ਹੀ ਕਹਿੰਦਾ ਵਾ ਵੀ ਜੇ ਮੈਨੂੰ ਇਨਸਾਫ ਨਹੀਂ ਮਿਲਦਾ, ਉਹਨੂੰ ਰਿਪੋਰਟ ਕੀਤਾ ਜਾਏ। ਲਵਪ੍ਰੀਤ ਜੀ ਹੁਣ ਜੀ, ਔਰ ਉਹਨਾਂ ਦੇ ਪਰਿਵਾਰ ਨੇ ਵੀ ਦੱਸਿਆ ਕਿ ਜੋ ਵੀ ਉਹਨਾਂ ਨੂੰ ਇਸ ਚੀਜ਼ ਨੂੰ ਲੈ ਕੇ ਮੁਸ਼ਕਿਲਾਂ ਆਈਆਂ ਸੀ, ਜੋ ਅੱਜ ਕੱਲ੍ਹ ਕਿ ਲੜਕੀਆਂ ਜਾਂ ਲੜਕੇ ਕਰ ਰਹੇ ਨੇ, ਅਸੀਂ ਇਕੱਲੇ ਲੜਕੀਆਂ ਦਾ ਨਹੀਂ ਕਹਿੰਦੇ, ਕਿਉਂਕਿ ਇਹਦੇ ਵਿੱਚ ਲੜਕੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਪੀੜਤ ਨੇ, ਕਿ ਜਿਹੜੀਆਂ ਕਿ ਇਸੇ ਤਰੀਕੇ ਦੇ ਨਾਲ ਫਸ ਜਾਂਦੀਆਂ ਨੇ। ਔਰ ਅਸੀਂ ਵੀ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਜਦ ਤੱਕ ਇਸ ਚੀਜ਼ ਨੂੰ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਜਿਹੜਾ ਹੈਗਾ ਉਜਾਗਰ ਕੀਤਾ ਜਾ ਰਿਹਾ। ਔਰ ਇਹ ਤੋਂ ਜਿਹੜੇ ਹੈਗੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਲੋਕ ਬਹੁਤ ਜਾਗਰੂਕ ਵੀ ਹੋ ਰਹੇ ਨੇ। ਔਰ ਅੱਗੇ ਤੋਂ ਸਾਨੂੰ ਆਸ ਹੈ ਕਿ ਜਿਹੜੇ ਨੈਕਸਟ ਆਉਣ ਵਾਲਾ ਟਾਈਮ ਆ ਕਿ ਲੋਕ ਜਿਹੜੇ ਹੈਗੇ ਆ ਇਸ ਤੋਂ ਜਾਗਰੂਕ ਵੀ ਹੋਣਗੇ, ਤਾਂ ਇਹਨਾਂ ਦੀਆਂ ਇਹੋ ਜਿਹੀਆਂ ਮੁਸ਼ਕਿਲਾਂ ਤੋਂ ਬਚਣਗੇ ਵੀ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੋਲੀ ਬਾਬਾ ਚੈਨਲ, ਗੁਰਦਾਸਪੁਰ।